ਹੈਲੋ ਸਟੂਡੈਂਟਸ ਆਪਾਂ ਪਿਛਲੇ ਲੈਕਚਰ ਦੇ ਵਿੱਚ ਬੂਲੀਅਨ ਅਲਜਬਰੇ ਦਾ ਚੈਪਟਰ ਸਟਾਰਟ ਕੀਤਾ ਸੀ ਤੇ ਆਪਾਂ ਪਿਛਲੇ ਲੈਕਚਰ ਦੇ ਵਿੱਚ ਇਸ ਚੈਪਟਰ ਦੇ ਰਿਗਾਰਡਿੰਗ ਸਿਰਫ ਦੋ ਡੈਫੀਨੇਸ਼ਨਸ ਕੀਤੀਆਂ ਸੀ। ਇੱਕ ਆਪਾਂ ਬੂਲੀਅਨ ਅਲਜਬਰੇ ਦੀ ਡੈਫੀਨੇਸ਼ਨ ਪੜ੍ਹੀ ਸੀ ਤੇ ਦੂਸਰਾ ਆਪਾਂ ਪ੍ਰਿੰਸੀਪਲ ਆਫ ਡੁਐਲਿਟੀ ਫਾਰ ਲੈਟਿਕਸ ਔਰ ਬੂਲੀਅਨ ਅਲਜਬਰੇ ਬਾਰੇ ਪੜ੍ਹਿਆ ਸੀ। ਤੇ ਜੇ ਆਪਣੇ ਕੋਲੇ ਕੋਈ ਵੀ ਆਪਣੇ ਕੋਲੇ ਸੈੱਟ ਜਿਹੜਾ ਹੈ ਉਹ ਬੂਲੀਅਨ ਅਲਜਬਰਾ ਹੁੰਦਾ ਤਾਂ ਆਪਣੇ ਕੋਲੇ ਉਹ ਜਿਹੜੀਆਂ ਹੈ ਡਿਫਰੈਂਟ ਐਕਸੀਅਮਸ ਨੂੰ ਹੋਲਡ ਕਰਦਾ, ਉਹਦੇ ਬਾਰੇ ਆਪਾਂ ਜਿਹੜਾ ਹੈ ਪਿਛਲੇ ਲੈਕਚਰ ਦੇ ਵਿੱਚ ਸਟੱਡੀ ਕੀਤਾ ਸੀ। ਤੇ ਅੱਜ ਆਪਾਂ ਜੇ ਕੋਈ ਬੂਲੀਅਨ ਅਲਜਬਰਾ ਹੁੰਦਾ ਤਾਂ ਆਪਣੇ ਕੋਲ ਹੋਰ ਕਿਹੜੀਆਂ ਪ੍ਰੋਪਰਟੀਜ਼ ਹੋਲਡ ਹੋ ਜਾਂਦੀਆਂ ਉਸ ਬਾਰੇ ਆਪਾਂ ਪੜ੍ਹਾਂਗੇ। ਤਾਂ ਸਟੂਡੈਂਟ ਸਟਾਰਟ ਕਰਦੇ ਹਾਂ। ਥਿਓਰਮ ਕੀ ਹੈ? ਇਫ ਬੀ ਸੈਟ comma plus comma dot comma complement comma 0 comma 1 is a Boolean algebra, then first part a plus a equal to a for all a belongs to b, second part a into a equal to a for all a belongs to b। मतलब फर्स्ट ਤੇ ਸੈਕੰਡ ਪਾਰਟ ਦਾ ਇਹ ਆ ਕਿ ਅਡਿੰਪੋਟੈਂਟ ਲਾ ਹੋਲਡ ਕਰਦੇ ਆ ਜਿਹੜੇ ਹੈ ਉਹ ਬੂਲੀਅਨ ਅਲਜਬਰੇ ਦੇ ਐਲੀਮੈਂਟਸ। ਕੀ ਪ੍ਰੂਵ ਕਰਾਂਗੇ? a plus a equal to a for all a belongs to b। ਸੈਕੰਡ ਪਾਰਟ ਚ ਕਰਾਂਗੇ a into a equal to a for all a belongs to b। ਤਾਂ ਸਟੂਡੈਂਟਸ ਨਾਲ ਦੀ ਨਾਲ ਹੀ ਆਪਾਂ ਪ੍ਰੂਵ ਕਰਦੇ ਹਾਂ ਫਸਟ ਟੂ ਪਾਰਟ ਤੇ ਫਸਟ ਪਾਰਟ ਆਪਾਂ ਲੈਫਟ ਹੈਂਡ ਸਾਈਡ ਤੋਂ ਇਦੋਂ ਪਿਕ ਕਰ ਲਿਆ ਕਿ a plus a ਪ੍ਰੂਵ ਕਰਨਾ ਇਕੁਅਲ ਟੂ a। ਤਾਂ a plus a ਨੂੰ ਮੈਂ ਲਿਖ ਸਕਦਾ a plus a into 1, ਕਿਉਂਕਿ ਉਦੋਂ ਤੁਹਾਨੂੰ ਐਕਸੀਅਮਸ ਪੜ੍ਹਾਤੇ ਸੀ ਵੀ ਕਿਹੜੇ ਕਿਹੜੇ ਹੋਲਡ ਕਰਦੇ ਆ ਜੇ ਕੋਈ ਬੂਲੀਅਨ ਅਲਜਬਰਾ ਹੋਵੇ ਤਾਂ ਆਪਾਂ ਇਹ ਲਿਖ ਸਕਦੇ ਹਾਂ a plus a into 1 equal to a plus a। ਤਾਂ ਹੁਣ ਇਹ 1 ਨੂੰ ਮੈਂ ਅਗਲੀ ਸਟੈਪ ਦੇ ਵਿੱਚ ਇਹ ਲਿਖ ਸਕਦਾ a plus a ਕੰਪਲੀਮੈਂਟ, ਕਿਉਂਕਿ ਪੜ੍ਹਾਇਆ ਸੀ ਕੰਪਲੀਮੈਂਟ ਲਾ ਕੀ ਸੀ, ਜੇ a b ਦਾ ਐਲੀਮੈਂਟ ਹੋਵੇ ਤੇ b ਬੂਲੀਅਨ ਅਲਜਬਰਾ ਹੋਵੇ ਤਾਂ a plus a ਕੰਪਲੀਮੈਂਟ ਇਕੁਅਲ ਟੂ 1। ਤਾਂ ਮੈਂ ਅਗਲੇ ਸਟੈਪ ਦੇ ਵਿੱਚ ਕੀ ਲਿਖਿਆ ਕਿ a plus a ਤਾਂ ਐਗਰੀ ਰਹਿਣ ਤਾਂ ਡਾਟ a plus a ਕੰਪਲੀਮੈਂਟ। ਹੁਣ ਇਸ ਤੇ ਲਗਾਓ ਜਿਹੜੀ ਹੈ ਡਿਸਟ੍ਰੀਬਿਊਟਿਵ ਲਾਜ਼ ਦੇ ਅਕੋਰਡਿੰਗਲੀ ਇਹਨੂੰ ਮੈਂ ਲਿਖ ਸਕਦਾ a plus a into a ਕੰਪਲੀਮੈਂਟ, ਕਿਉਂਕਿ ਉੱਥੇ ਪੜ੍ਹਾਇਆ ਸੀ a plus b into c equal to a plus b into a plus c। ਤਾਂ ਇਹਦੇ ਵਿੱਚ ਵੀ ਇਹ ਬਣ ਗਿਆ a plus a into a ਕੰਪਲੀਮੈਂਟ। ਜੇ ਦੇਖੋ ਤਾਂ ਇਹ ਇੱਕ ਤਰ੍ਹਾਂ ਦਾ ਕੀ ਬਣ ਜੂ a plus a into a plus a ਕੰਪਲੀਮੈਂਟ। ਤਾਂ ਹੁਣ ਆਪਾਂ ਇਹ ਵੀ ਪੜਿਆ ਹੈ ਕੰਪਲੀਮੈਂਟ ਲਾ ਨਾਲ ਕਿ a ਡਾਟ a ਕੰਪਲੀਮੈਂਟ ਕਿਹਦੇ ਬਰਾਬਰ ਹੁੰਦਾ ਹੈਗਾ a into a ਕੰਪਲੀਮੈਂਟ ਕਿਹਦੇ ਬਰਾਬਰ ਹੁੰਦਾ 0। ਤਾਂ ਅਗਲੇ ਸਟੈਪ ਦੇ ਵਿੱਚ ਬਣ ਗਿਆ a plus 0। ਔਰ ਤੁਹਾਨੂੰ ਇਹ ਵੀ ਪੜਾਇਆ ਸੀ a plus 0 equal to a ਹੁੰਦਾ for all a belongs to b। ਤਾਂ ਇਹ equal to ਕਿਹਦੇ ਬਰਾਬਰ ਆ ਗਿਆ a, hence ਪ੍ਰੂਵ ਹੋ ਗਿਆ a plus a equal to a for all a belongs to b। ਸੈਕੰਡ ਪਾਰਟ ਸਟੂਡੈਂਟਸ ਹੁਣ ਆਪਾਂ a into a ਕਿਹਦੇ ਇਕੁਅਲ ਕਰਨਾ a ਦੇ ਬਰਾਬਰ, ਤਾਂ a into a ਤੋਂ ਪਿਕ ਕਰ ਲਿਆ ਉਹ ਇਕੁਅਲ ਟੂ ਕਿਹਦੇ ਬਰਾਬਰ ਹੈ a into a plus 0। ਫਿਰ ਆਪਾਂ ਐਕਸੀਅਮ ਯੂਜ਼ ਕਰਤਾ ਜੋ ਆਪਾਂ ਪਿਛਲੇ ਲੈਕਚਰ 'ਚ ਪੜ੍ਹਿਆ ਸੀ। ਫਿਰ 0 ਨੂੰ ਮੈਂ ਕੰਪਲੀਮੈਂਟ ਲਾ ਦੇ ਅਕੋਰਡਿੰਗਲੀ a into a ਕੰਪਲੀਮੈਂਟ ਲੈ ਲਿਆ ਤਾਂ ਅਗਲੇ ਸਟੈਪ 'ਚ ਕੀ ਬਣ ਗਿਆ a into a plus a into a ਕੰਪਲੀਮੈਂਟ। ਹੁਣ ਇਸ ਤੇ ਫਿਰ ਡਿਸਟ੍ਰੀਬਿਊਟਿਵ ਲਾ ਲਗਾਓ ਤਾਂ ਕੀ ਬਣ ਗਿਆ ਇਕੁਅਲ ਟੂ a into a plus a ਕੰਪਲੀਮੈਂਟ। ਤੇ a plus a ਕੰਪਲੀਮੈਂਟ ਆਪਾਂ ਕੰਪਲੀਮੈਂਟ ਲਾਣਾ ਪੜਿਆ ਹੈ 1। ਤਾਂ ਇਹ ਕੀ ਬਣ ਗਿਆ ਅਗਲੇ ਸਟੈਪ 'ਚ a into 1, a into 1 ਕਿਹਦੇ ਇਕੁਅਲ ਹੁੰਦਾ a ਦੇ ਬਰਾਬਰ। ਤਾਂ ਆਪਣੇ ਕੋਲ ਪ੍ਰੂਵ ਹੋ ਗਿਆ a into a equal to a for all a belongs to b। ਨੈਕਸਟ ਥਰਡ ਆਪਾਂ ਪ੍ਰੋਪਰਟੀ ਕੀ ਪ੍ਰੂਵ ਕਰਾਂਗੇ, ਥਰਡ ਕਨਸੈਪਟ ਕੀ ਹੋਲਡ ਕਰਾਵਾਂਗੇ ਜੇ ਕੋਈ ਬੂਲੀਅਨ ਅਲਜਬਰਾ ਹੈ ਕਿ ਇਹਦੇ ਵਿੱਚ ਜਿਹੜੇ 0 ਤੇ 1 ਹੁੰਦੇ ਆ ਉਹ ਯੂਨੀਕ ਹੁੰਦੇ। ਤਾਂ ਸਭ ਨਾਲ ਪਹਿਲਾਂ ਮੈਂ ਥਰਡ ਪਾਰਟ ਪ੍ਰੂਵ ਕਰਨ ਲੱਗਿਆ ਕਿ 0 ਯੂਨੀਕ ਹੈ। ਉਸ ਵਾਸਤੇ ਮੈਂ ਮੰਨ ਲਿਆ ਲੈਟ 01 02 belongs to b such that a plus 01 is equal to a for all a belongs to b। ਇਹਨੂੰ ਮੈਂ ਨੰਬਰ 1 ਪਾ ਲਿਆ ਔਰ ਲਿਖ ਲਿਆ a plus 02 equal to a for all a belongs to b। ਇਹਨੂੰ ਮੈਂ ਸੈਕੰਡ ਨੰਬਰ ਪਾ ਲਿਆ। ਹੁਣ ਫਸਟ ਨੰਬਰ ਤੋਂ ਇਹ ਸ਼ੋ ਹੁੰਦਾ ਕਿ b ਦਾ ਜਿਹੜਾ 0 ਐਲੀਮੈਂਟ ਆ ਉਹ 01 ਤੇ ਸੈਕੰਡ ਤੋਂ ਇਹ ਸ਼ੋ ਹੁੰਦਾ b ਦਾ 0 ਐਲੀਮੈਂਟ ਉਹ 02। ਤਾਂ ਮੈਂ ਸ਼ੋ ਕਰਨਾ ਕਿ ਉਹ ਜੇ ਯੂਨੀਕ ਆ ਤਾਂ 01 equal to 02 ਦੇ ਬਰਾਬਰ ਪ੍ਰੂਵ ਕਰਾਂਗਾ। ਤਾਂ ਉਹਦੇ ਵਾਸਤੇ ਹੁਣ ਆਪਾਂ ਨੂੰ ਪਤਾ ਕਿ 02 ਕਿਹਦਾ ਮੈਂਬਰ b ਦਾ, ਕਿਉਂਕਿ ਇੱਥੇ ਦੱਸੇ ਇਹ ਦੋਨੇ ਮੈਂਬਰ b ਦੇ। ਤਾਂ 02 ਜੇ b ਦਾ ਮੈਂਬਰ ਆ ਤਾਂ ਆਪਾਂ ਇੱਕ ਨੰਬਰ ਦੇ ਵਿੱਚ a ਦੀ ਜਗ੍ਹਾ 02 ਰਿਪਲੇਸ ਕਰ ਦਈਏ ਤਾਂ ਕੀ ਬਣ ਜੂਗਾ ਫਰੋਮ ਫਸਟ 02 plus 01 equal to 02। ਇਹਨੂੰ ਮੈਂ ਨੰਬਰ 3 ਮੰਨ ਲਿਆ।
ਹੁਣ ਇਹ ਵੀ ਆਪਾਂ ਨੂੰ ਪਤਾ ਕਿ 01 ਵੀ B ਦਾ ਮੈਂਬਰ, ਜੇ 01 B ਦਾ ਮੈਂਬਰ ਤਾਂ ਫਿਰ ਆਪਾਂ ਜੇ ਦੋ ਨੰਬਰ ਦੇ ਵਿੱਚ A ਦੀ ਜਗ੍ਹਾ 01 ਰਿਪਲੇਸ ਕਰ ਦਈਏ ਤਾਂ ਕੀ ਬਣ ਜੂ 01 + 02 = 01। ਇਹਨੂੰ ਮੈਂ ਨੰਬਰ 4 ਮੰਨ ਲਿਆ। ਤੈਨੂੰ ਕੀ ਮੰਨਿਆ ਸੀ 02 + 01 = 02, 4 ਨੰਬਰ 'ਚ ਮੰਨ ਲਿਆ 01 + 02 = 01। ਹੁਣ ਆਪਾਂ ਨੂੰ ਇੰਨਾ ਵੀ ਪਤਾ ਕਿ 01 ਤੇ 02 ਦੋਨੇ B ਦੇ ਐਲੀਮੈਂਟ ਆ, ਔਰ ਜੇ B ਬੋਲੀਅਨ ਅਲਜਬਰਾ ਤਾਂ ਆਪਾਂ ਪਿਛਲੇ ਲੈਕਚਰ ਦੇ ਵਿੱਚ ਜਿਹੜੇ ਐਕਸੀਅਮਸ ਹੋਲਡ ਕੀਤੇ ਸੀ ਉਹਦੇ ਵਿੱਚ ਆਪਾਂ ਕਮਿਊਟੇਟਿਵ ਲਾ ਵੀ ਕਹਿੰਦੇ ਸੀ ਹੋਲਡ ਕਰਦਾ, ਤਾਂ ਆਪਾਂ ਇਹ ਗੱਲ ਕਹਿ ਸਕਦੇ ਹਾਂ ਦੇਅਰਫੋਰ 01 + 02 = 02 + 01। ਇਹਨੂੰ ਨੰਬਰ 5 ਪਾ ਲਿਆ। ਤਾਂ ਜੇ ਇਹਨੂੰ 5 ਟੇਕਨ ਕਰ ਲਿਆ ਤਾਂ 3rd 4th 5th ਦੇ ਵਿੱਚ ਦੇਖੋ ਜੇ 01 + 02 = 02 + 01 ਸੀ, ਔਰ 01 + 02 4 ਨੰਬਰ ਦੇ ਵਿੱਚ ਸੀ = 01, ਔਰ 02 + 01 ਜਿਹੜਾ ਸੀ 3 ਨੰਬਰ ਦੇ ਵਿੱਚ 02 ਸੀ, ਤਾਂ ਇਹਦਾ ਮਤਲਬ 01 = 02 ਵੀ ਆ। ਤੇ ਜੇ 01 = 02 ਆ ਗਿਆ ਤਾਂ ਇਹਦਾ ਮਤਲਬ ਜਿਹੜਾ ਉਹਦਾ ਜਿਹੜਾ 0 ਐਲੀਮੈਂਟ ਹੈ ਉਹ ਆਪਣੇ ਕੋਲ ਕੀ ਹੋ ਗਿਆ, ਯੂਨੀਕ ਹੋ ਗਿਆ। ਨੈਕਸਟ ਹੁਣ ਆਪਾਂ ਸਟੂਡੈਂਟਸ ਪ੍ਰੂਵ ਕਰਾਂਗੇ ਕਿ 1 ਵੀ ਯੂਨੀਕ ਆ। ਉਹਦੇ ਵਾਸਤੇ ਸੇਮ ਆਪਾਂ ਜੋ ਆਪਾਂ 0 ਯੂਨੀਕ ਵਾਸਤੇ ਕੀਤਾ ਐਵੇਂ ਇਹ ਵੀ ਸੇਮ ਆਪਾਂ ਵੇ ਨਾਲ ਕਰਾਂਗੇ ਕਿ 1 1 ਤੇ 1 2 ਆਪਾਂ ਦੋ B ਦੇ ਐਲੀਮੈਂਟ ਮੰਨਦੇ ਸੱਚ ਦੈਟ A × 1 1 = A for all A belongs to B। ਇਹਨੂੰ ਮੈਂ 6 ਨੰਬਰ ਰੱਖ ਲਿਆ ਐਂਡ A × 1 2 = A for all A belongs to B ਰੱਖ ਲਿਆ। ਇਹਨੂੰ ਮੈਂ 7 ਨੰਬਰ ਰੱਖ ਲਿਆ। ਸਿੰਸ ਆਪਣੇ ਕੋਲੇ ਹੁਣ 1 2 ਜੇ B ਦਾ ਮੈਂਬਰ ਹੈ ਤਾਂ ਆਪਣੇ ਕੋਲੇ 6 ਨੰਬਰ ਤੋਂ ਕਹਿ ਸਕਦੇ ਕਿ A ਦੀ ਜਗ੍ਹਾ 1 2 ਰਿਪਲੇਸ ਕਰ ਦਿਆ 1 2 × 1 1 = 1 2। ਉਸੇ ਤਰ੍ਹਾਂ ਆਪਣੇ ਕੋਲ 1 1 ਜੇ B ਦਾ ਐਲੀਮੈਂਟ ਆ ਤਾਂ 7 ਨੰਬਰ ਦੇ ਵਿੱਚ A ਦੀ ਜਗ੍ਹਾ 1 1 ਰਿਪਲੇਸ ਕਰਿਆ ਤਾਂ 1 1 × 1 2 = 1 1। 9 ਨੰਬਰ ਰੱਖ ਲਏ। ਹੁਣ ਆਲਸੋ ਇਹ ਵੀ ਪਤਾ ਕਿ 1 1 ਤੇ 1 2 ਜੇ B ਦੇ ਐਲੀਮੈਂਟ ਆ ਤਾਂ ਕਮਿਊਟੇਟਿਵ ਲਾ ਹੋਲਡ ਕਰਨਗੇ ਤਾਂ 1 1 × 1 2 = 1 2 × 1 1। ਮੈਂ 10 ਨੰਬਰ ਰੱਖ ਲਿਆ। ਤਾਂ 8 9 10 ਤੋਂ ਆਪਾਂ ਕੀ ਕਨਕਲੂਜਨ ਕੱਢ ਲਿਆ ਕਿ 1 1 = 1 2 ਹੈਂਸ 1 ਇਜ਼ ਯੂਨੀਕ। ਤਾਂ ਸਟੂਡੈਂਟਸ ਇਹ ਵੀ ਨਾਲ ਰੱਖੋ ਕਲੀਅਰ ਇਹ ਕਨਸੈਪਟ ਕਿ ਆਪਾਂ ਪਿਛਲੇ ਲੈਕਚਰ ਦੇ ਵਿੱਚ ਕੀਤਾ ਸੀ ਪ੍ਰਿੰਸੀਪਲ ਆਫ ਡੁਐਲਿਟੀ ਫਾਰ ਲੈਟਿਕ ਔਰ ਬੂਲੀਅਨ ਅਲਜਬਰਾ। ਉਹਦੇ ਵਿੱਚ ਇਹ ਕਿਹਾ ਸੀਗਾ ਕਿ ਜੇ ਕੋਈ ਵੀ ਸਟੇਟਮੈਂਟ ਆਪਣੇ ਕੋਲੇ ਬੂਲੀਅਨ ਅਲਜਬਰਾ ਤੇ ਪ੍ਰੂਵ ਹੋ ਜਵੇ ਤਾਂ ਆਪਾਂ ਉਹਦਾ ਜਿਹੜਾ ਆਪਣੇ ਕੋਲੇ ਕੋਰਸਪੋਂਡਿੰਗ ਡੂਅਲ ਹੁੰਦਾ ਹੈ, ਡੁਐਲਿਟੀ ਹੁੰਦੀ ਹੈਗੀ ਆ, ਉਹ ਵੀ ਆਪਣੇ ਕੋਲੇ ਵੈਲਿਡ ਹੋ ਜਾਂਦੀ ਹੈ। ਤਾਂ ਮੈਂ ਉਹਦੇ ਬੇਸ ਤੇ ਹੁਣ ਫਿਲਹਾਲ ਤੁਹਾਨੂੰ ਨਾਲ ਦੀ ਨਾਲ ਦੱਸੂਗਾ ਤਾਂ ਕਿ ਤੁਹਾਨੂੰ ਕਲੀਅਰ ਹੋ ਜਵੇ ਕਿ ਜੇ ਇੱਕ ਪਾਰਟ ਆਪਾਂ ਕਰ ਲਿਆ ਤਾਂ ਉਹਦਾ ਰੈਲੇਵੈਂਟ ਜਿਹੜਾ ਉਹਦਾ ਡੂਅਲ ਆ ਉਹ ਆਟੋਮੈਟਿਕਲੀ ਆਪਾਂ ਇਹ ਕਹਿ ਸਕਦੇ ਕਿ ਇਹ ਇਹਦਾ ਡੂਅਲ ਆ। ਇਸ ਗੱਲ ਕਾਰਨ ਇਹ ਆਪਣੇ ਕੋਲੇ ਵੈਲਿਡ ਹੈ ਕਿਉਂਕਿ ਬੂਲੀਅਨ ਅਲਜਬਰੇ ਦੇ ਥਰੂ ਆਪਾਂ ਉਹ ਕਨਸੈਪਟ ਜਿਹੜਾ ਡੈਫੀਨੇਸ਼ਨ ਆਪਾਂ ਪਿਛਲੇ ਲੈਕਚਰ 'ਚ ਪੜ੍ਹੀ ਸੀ ਉਹ ਲਗਾ ਸਕਦੇ। ਤਾਂ ਸਟੂਡੈਂਟ ਦੇਖੋ ਚੌਥੇ ਪਾਰਟ 'ਚ ਆਪਾਂ ਕੀ ਕਰਨਾ A + 1 = 1 for all A belongs to B। ਤੇ ਪੰਜਵਾਂ ਹੀ ਕਰਨਾ A × 0 = A for all A belongs to B। ਤਾਂ ਉੱਥੇ ਤੁਹਾਨੂੰ ਦੱਸਿਆ ਸੀਗਾ ਵੀ ਕਰਨਾ ਕੀ ਹੁੰਦਾ ਸਟੂਡੈਂਟਸ। ਜੇ ਆਪਾਂ ਚੌਥੇ ਪਾਰਟ 'ਚ ਦੇਖੀਏ ਤਾਂ ਜੋ ਸਟੇਟਮੈਂਟ ਹੈ ਪੰਜਵੇਂ ਪਾਰਟ ਦੇ ਵਿੱਚ ਜੋ ਆਪਾਂ ਪ੍ਰੂਵ ਕਰਨਾ ਪੰਜਵਾਂ ਚੌਥੇ ਦੀ ਡੁਐਲਿਟੀ ਬਣ ਗਈ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਪਲੱਸ ਨੂੰ ਡਾਟ ਦੇ ਵਿੱਚ ਔਰ ਡਾਟ ਨੂੰ ਪਲੱਸ ਦੇ ਵਿੱਚ ਆਪਾਂ ਚੇਂਜ ਕਰ ਦੇਣਾ, ਦੈਟ ਇਜ਼ ਪਲੱਸ ਤੇ ਡਾਟ ਇੰਟਰਚੇਂਜ ਕਰ ਦੇਣੇ ਔਰ ਸੈਕੰਡਲੀ 0 ਤੇ 1 ਵੀ ਆਪਾਂ ਕੀ ਕਰ ਦੇਣੇ ਆ ਇੰਟਰਚੇਂਜ। ਤਾਂ ਇਹਦੇ ਵਿੱਚ ਕੀ ਬਣ ਜਾਣਾ A + 1 = 1 ਸੀ ਤਾਂ ਇੱਕ ਤਰ੍ਹਾਂ ਦਾ A ਪਲੱਸ ਦੀ ਜਗ੍ਹਾ ਇੱਥੇ ਆਪਾਂ ਡਾਟ ਲਗਾਤਾ 1 ਦੀ ਜਗ੍ਹਾ ਇੱਥੇ 0 ਲਗਾਤੀ ਔਰ ਆਪਣੇ ਕੋਲ ਕਿਹਦੇ ਬਰਾਬਰ ਆ ਗਿਆ ਸਟੂਡੈਂਟਸ ਇਹ ਆਪਣੇ ਕੋਲੇ = 0। ਤਾਂ A × 0 ਨੂੰ ਆਪਾਂ 0 ਦੇ ਬਰਾਬਰ ਸ਼ੋ ਕਰਾਂਗੇ। ਤਾਂ ਦੇਖੋ ਆਪਾਂ ਕਿਵੇਂ ਕਰਦੇ ਆ। ਪਹਿਲਾਂ ਮੈਂ ਦੋਨੇ ਇੰਡੀਪੈਂਡੈਂਟ ਪ੍ਰੂਫ ਦਊਂਗਾ ਫਿਰ ਮੈਂ ਤੁਹਾਨੂੰ ਇਹ ਕਹਿ ਦੂੰਗਾ ਵੀ A ਦਾ ਡੂਅਲ ਆ ਤੇ ਉਹ ਬੂਲੀਅਨ ਅਲਜਬਰਾ ਇਸ ਗੱਲ ਕਾਰਨ ਇਹ ਆਟੋਮੈਟਿਕਲੀ ਵੈਲਿਡ ਹੈ। ਤਾਂ ਪਹਿਲਾਂ ਦੇਖੋ A + 1 ਨੂੰ ਲਿਖਦੇ A + 1 × 1। ਇਹ ਤਾਂ ਆਪਣੇ ਕੋਲ ਪਿਛਲੇ ਲੈਕਚਰ ਦੇ ਵਿੱਚ ਦੱਸਿਆ ਸੀ ਕਿ ਬੂਲੀਅਨ ਅਲਜਬਰੇ ਕਾਰਨ ਇਹ ਪ੍ਰੋਪਰਟੀ ਹੋਲਡ ਕਰੂਗੀ। ਤਾਂ 1 ਨੂੰ ਮੈਂ ਕੰਪਲੀਮੈਂਟ ਲਾ ਨਾਲ ਇਹ ਵੀ ਲਿਖ ਸਕਦਾ A + A ਕੰਪਲੀਮੈਂਟ। ਤਾਂ ਕੀ ਬਣੇਗਾ ਅਗਲੇ ਸਟੈਪ ਦੇ ਵਿੱਚ A + 1 × A + A ਕੰਪਲੀਮੈਂਟ। ਤਾਂ ਇਹਨੂੰ ਮੈਂ ਡਿਸਟ੍ਰੀਬਿਊਟਿਵ ਲਾ ਜੇ ਲਗਾਵਾਂ ਤਾਂ ਕਿਹਦੇ ਬਰਾਬਰ ਆ ਜੂ = A + 1 × A ਕੰਪਲੀਮੈਂਟ ਕਿਉਂਕਿ A + 1 × A ਕੰਪਲੀਮੈਂਟ ਦਾ ਬਣ ਜੂ A + 1 × A + A ਕੰਪਲੀਮੈਂਟ। ਉਹ ਆਹੀ ਸੀ ਇੱਥੋਂ ਆਪਾਂ ਇੱਥੇ ਰੀਚ ਕਰ ਸਕਦੇ। ਹੁਣ ਫਿਰ ਆਪਾਂ ਕਮਿਊਟੇਟਿਵ ਲਾ ਇੱਥੇ ਲਗਾ ਸਕਦੇ 1 × A ਕੰਪਲੀਮੈਂਟ ਨੂੰ A ਕੰਪਲੀਮੈਂਟ × 1 ਲਿਖ ਸਕਦੇ ਕਿਉਂਕਿ ਦੋਨੇ ਮੈਂਬਰ B ਦੇ। ਤਾਂ ਹੁਣ A + A ਕੰਪਲੀਮੈਂਟ × 1 A ਕੰਪਲੀਮੈਂਟ × 1 ਕਿਹਦੇ ਬਰਾਬਰ ਸੀ A ਕੰਪਲੀਮੈਂਟ। ਤਾਂ A + A ਕੰਪਲੀਮੈਂਟ ਕਿਹਦੇ ਬਰਾਬਰ ਆ ਗਿਆ ਸਟੂਡੈਂਟ ਇਹ ਆਪਣੇ ਕੋਲੇ 1 ਦੇ ਬਰਾਬਰ ਆ ਗਿਆ। ਫਿਰ ਆਪਣੇ ਕੋਲੇ ਕੰਪਲੀਮੈਂਟ ਜਿਹੜੀ ਹੈ
वो ला अपने को कंप्लीमेंट जी प्रॉपर्टी वो लग गई, तो आप गल कह सकते a + 1 = 1 फॉर ऑल a बिलोंग्स टू B। नैक्सट फिफ्थ पार्ट की है स्टूडेंट्स कि a × 0 कि बराबर शो करना 0, तो तुम ये देखो a × 0 मैं लिखता a × 0 + 0, और 0 मैं कंप्लीमेंट ला दे अकॉर्डिंगली a × a कंप्लीमेंट लिख सकता, तो की बन गया अगले स्टेप a × 0 + a × a कंप्लीमेंट। ਹੁਣ a × 0 + a × a कंप्लीमेंट ਨੂੰ ਫਿਰ ਡਿਸਟ੍ਰੀਬਿਊਟਿਵ ਲਾ ਦੇ ਅਕੋਰਡਿੰਗ ਲਿਖਦੇ a × 0 + a ਕੰਪਲੀਮੈਂਟ। ਹੁਣ 0 + a ਕੰਪਲੀਮੈਂਟ ਦੇ ਵਿੱਚ ਕਮਿਊਨਿਟੀ ਲਾ ਲਗਾਈ ਤਾਂ a ਕੰਪਲੀਮੈਂਟ + 0 ਹੈ। ਹੁਣ a ਕੰਪਲੀਮੈਂਟ + 0 a ਕੰਪਲੀਮੈਂਟ ਹੀ ਹੁੰਦਾ, a × a ਕੰਪਲੀਮੈਂਟ ਆਪਣੇ ਕੋਲ ਕਿਹਦੇ ਬਰਾਬਰ ਹੁੰਦਾ ਹੈ 0 ਦੇ ਬਰਾਬਰ, ਇਹ ਵੀ ਆਪਣੇ ਕੋਲ ਕੰਪਲੀਮੈਂਟ ਜਿਹੜੀ ਲਾ ਦੀ ਦਾ ਕਨਸੈਪਟ ਲਾ ਦਿੰਦਾ। ਹੈਂਸ a × 0 ਕਿਹਦੇ ਬਰਾਬਰ 0 ਫॉर ऑल a बिलोंग्स टू B। ਤਾਂ ਸਟੂਡੈਂਟਸ ਜੇ ਆਪਾਂ ਫਿਫਥ ਪਾਰਟ ਦੀ ਬਜਾਏ ਇਹ ਫੋਰਥ ਤੇ ਫਿਫਥ ਪੇਪਰ 'ਚ ਇਕੱਠੇ ਆਏ ਹਨ ਤਾਂ ਓਨਲੀ ਫੋਰਥ ਦੇਣ ਤੋਂ ਬਾਅਦ ਕਹਿ ਦਿਓ ਕਿ ਜਿਹੜਾ ਫਿਫਥ ਪਾਰਟ ਆਪਾਂ ਡਨ ਕਰਨ ਲੱਗੇ ਆ ਉਹ ਫੋਰਥ ਦਾ ਕੀ ਆ ਡੂਅਲ ਆ, ਤੇ ਔਰ B ਬੋਲੀਨ ਅਲਜਬਰਾ ਹੁਣ ਕਰ ਡੂਅਲ ਜਿਹੜਾ ਹੈਗਾ ਕਿਸੇ ਵੀ ਸਟੇਟਮੈਂਟ ਦਾ ਜੇ ਬੋਲੀਨ ਅਲਜਬਰੇ ਦੇ ਵਿੱਚ ਸਟੇਟਮੈਂਟ ਹੋਲਡ ਕਰਦੀ ਹੈ ਤਾਂ ਉਹਦਾ ਡੂਅਲ ਵੀ ਕੀ ਕਰੂਗਾ ਹੋਲਡ ਕਰੂਗਾ। ਦੈਟ ਇਜ਼ ਵਾਈ ਆਪਾਂ ਸਿੱਧਾ ਹੀ ਲਿਖ ਸਕਦੇ ਸੀ a × 0 = 0 ਫॉर ऑल a बिलोंग्स टू B। नैक्सट प्रॉपर्टी स्टूडेंट्स सिक्स्थ प्रूव करनी है कि 0 का कंप्लीमेंट 1 होंदा ते 1 का कंप्लीमेंट किहदे बराबर होंदा 0। तो सबना पहले कंप्लीमेंट की तुहानूं डेफिनेशन क्लीयर होनी चाहिए है की होंदी है कि y इज कंप्लीमेंट ऑफ x इन B इफ एंड ओनली इफ x ते y की जिहड़ी एडिशन आ वो 1 के बराबर आ जाए तो x ते y की जिहड़ी प्रोडक्ट आ वो अपने को किहदे बराबर आ जाए 0 की है कि y x का कंप्लीमेंट ता ही होगा इन B या इन बूलियन अलजेब्रा B इफ एंड ओनली इफ x + y = 1 एंड x * y = 0। तो आप इन्हू राइट आई करांगे x कंप्लीमेंट = y। तो सिक्स्थ पार्ट दे विच हुण 0 का कंप्लीमेंट 1 करना, तो स्टूडेंट सोचो जो 0 का कंप्लीमेंट 1 शो करना तो यही शो करना पैना कि अपने को 0 + 1 = 1 तो 0 × 1 = 0। तो वो वास्ते अपने को पिछलियां प्रॉपर्टी यूज करांगे वही नो दैट आप हम की है a + 1 = किहदे बराबर 1, तो ये भी पता कि a × 1 = a होंदा फॉर ऑल a बिलोंग्स टू B। तो जे अपने को कंसैप्ट आप ऑलरेडी डन कर लिया जबकि तुहानूं पता 0 B का मैंबर होंदा तो a की जगह 0 रिप्लेस कर दो दोनों उपरले पार्ट, तो 0 + 1 = 1 आ जाए तो 0 × 1 = 0। तो हम तुम इतों डेफिनेशन लगाओ कि जो 0 + 1 = 1 आ गए तो 0 × 1 = 0 आ गया, तो 0 का कंप्लीमेंट किहदे बराबर हो गया 0 का कंप्लीमेंट किहदे बराबर हो गया 1। उस तरह हुण जे आपां 1 का कंप्लीमेंट किहदे बराबर शो करना हो 0, वैसे तो तुसीं ये कह सकते भी इसका डुअल जे आपां देखिए तो वो ये तो B बूलियन अलजेब्रा तो देयरफॉर ये अपने आप ही होल्ड हो जाए, पर जेदा इंडिपेंडेंट प्रूफ देना हो तो किवें करोगे जे 1 का कंप्लीमेंट 0 शो करना तो स्टूडेंट सोचो अपने शो करना अपना 1 + 0 = 1 तो 1 × 0 = 0। तो वो वास्ते देखो वी नो हम आप भी किया a + 0 = a एंड a × 0 = 0 फॉर ऑल a बिलोंग्स टू B। तो हम आपको ये भी पता कि 1 किहदा एलिमेंट है B का, और उपरले दोनों जिहड़े आपां रिजल्ट कह रहे हैं कि ट्रू आ तो a की जगह 1 रिप्लेस कर दो की है 1 + 0 = 1 एंड 1 × 0 = 0। तो जो 1 + 0 = 1 आ गया तो 1 × 0 = 0 आ गया, तो देयरफॉर 1 का कंप्लीमेंट की हो 0, 1 का कंप्लीमेंट की हो गया 0। हुण सेवंथ पार्ट की आ कि कोई भी B का मैंबर ले लो A उसका जिहड़ा अपने को कंप्लीमेंट है वो यूनीक होगा, देयर एग्जिस्ट ए यूनीक A कंप्लीमेंट इन B। तो हुण आपां यही शो करना कि जे B दे विच कोई भी मैंबर होया तो उसदा जिहड़ा अपने को कंप्लीमेंट आ वो यूनीक होगा, दैट इज ए कंप्लीमेंट ऑफ एवरी एलिमेंट ऑफ बूलियन अलजेब्रा इज यूनीक। तो मैं A दे 2 कंप्लीमेंट मान ले A1 ते A2, तो इसका मतलब जे A1 ते A2 A दे कंप्लीमेंट बनने हैं तो डेफिनेटली A प्लस पहले तो A1 A का कंप्लीमेंट का की डेफिनेशन आ गई A + A1 = 1 तो A × A1 = 0 मैं नंबर 1 रख लिया। हुण A2 A का कंप्लीमेंट का A + A2 = 1 एंड A × A2 = 0 इन्हों मैं नंबर 2 रख लिया। हुण मैं शो करूंगा A1 = किहदे बराबर A2, तो मैं A1 टेकन कर लूँ। हुण मैं लिख सकदा A1 × 1, तो स्टूडेंट से देखो 1 नूं मैं की लिख सकदा 1 नूं मैं
2 नंबर ਦੇ ਵਿੱਚ ਜਿਹੜਾ ਆਪਣੇ ਕੋਲ a plus a2 ਸੀ ਉਹ ਇੱਥੇ ਆਪਾਂ ਪਲੇਸ ਕਰ ਸਕਦੇ ਤਾਂ ਕੀ ਆ ਗਿਆ a1 into ਆਪਣੇ ਕੋਲੇ ਆ ਗਿਆ a plus a ਕੰਪਲੀਟ a plus a2 ਇਹ ਆਪਾਂ ਸੈਕੰਡ ਨੰਬਰ ਦਾ ਯੂਜ਼ ਕਰ ਲਿਆ ਇੱਕ ਵਾਰੀ ਫੇਰ a1 ਨੂੰ ਵੀ ਲੈ ਲਿਆ a1 into 1 equal to a1 into 1 ਨੂੰ ਸੈਕੰਡ ਨੰਬਰ ਦਾ ਯੂਜ਼ ਕਰਕੇ 1 ਦੀ ਜਗ੍ਹਾ a plus a2 ਪਾਤਾ ਇੱਥੇ ਹੁਣ ਆਪਾਂ ਡਿਸਟ੍ਰੀਬਿਊਟਰ ਲਾਗੂ ਕਰਤਾ ਤਾਂ ਕੀ ਆ ਗਿਆ a1 into a plus a1 into a2 ਹੁਣ a1 into a2 ਦਾ ਐਜ ਡੀ ਦਾ ਅਗਲੇ ਸਟੈਪ ਚ ਪਹਿਲੇ ਨੂੰ ਕੀ ਲੈ ਲਿਆ ਪਹਿਲੀ ਟਰਮ ਨੂੰ a into a1 ਕਿਉਂਕਿ ਕਮਿਊਟੇਟਿਵ ਲਾ ਹੋਲਡ ਕਰਦਾ ਹੁੰਦਾ ਤਾਂ a1 into a ਨੂੰ a into a1 ਲੈ ਹੁਣ a into a1 ਇੱਕ ਨੰਬਰ ਦੇ ਵਿੱਚ ਦੇਖੋਗੇ ਤਾਂ ਉਹ 0 ਦੇ ਬਰਾਬਰ ਤਾਂ ਇੱਥੇ ਮੈਂ ਇਕੁਅਲ ਟੂ ਕਰਤਾ 0 plus a1 into a2 ਇੱਥੇ ਮੈਂ ਯੂਜ਼ਿੰਗ ਕੀ ਕਰਤਾ ਫਸਟ a into a1 ਨੂੰ ਕਿਹਦੇ ਬਰਾਬਰ ਰੱਖ ਲਿਆ 0 ਹੁਣ ਤੁਹਾਨੂੰ ਪਤਾ ਕਿ ਕਮਿਊਟੇਟਿਵ ਲਾ ਹੋਲਡ ਕਰਦਾ ਹੁੰਦਾ ਤਾਂ ਇਹਨੂੰ ਐਂ ਲਿਖ ਸਕਦੇ a1 into a2 plus 0 ਹੁਣ ਮੈਂ ਇਕੁਅਲ ਟੂ a1 into a2 ਮੈਂ ਰੱਖਿਆ ਪਲੱਸ 0 ਦੀ ਜਗ੍ਹਾ ਮੈਂ ਰਿਪਲੇਸ 2 ਨੰਬਰ ਦੇ ਵਿੱਚ ਕਰ ਲਿਆ ਕਿ a into a2 ਇੱਥੇ ਫਿਰ ਮੈਂ ਯੂਜ਼ਿੰਗ ਸੈਕੰਡ ਕਰ ਹੁਣ ਫਸਟ ਟਰਮ a1 into a2 ਸੀ ਤਾਂ ਮੈਂ ਕਮਿਊਟੇਟਿਵ ਲਾ ਲਗਾ ਕੇ ਲਿਖ ਲਿਆ a2 into a1 ਪਲੱਸ ਦੂਸਰੀ ਟਰਮ ਨੂੰ ਐਜ ਜਿਹੜਾ ਦੂਸਰੀ ਟਰਮ ਦੇ ਵਿੱਚ ਵੀ ਕਮਿਊਟੇਟਿਵ ਲਾ ਲਗਾਤਾ a2 into e ਤਾਂ ਕੀ ਬਣ ਗਿਆ ਆਪਣੇ ਕੋਲ ਇਸ ਸਟੈਪ ਦੇ ਵਿੱਚ a2 into a1 plus a2 into a ਇੱਥੇ ਫਿਰ ਮੈਂ ਹੁਣ अपने को डिस्ट्रीब्यूटर ला लगाने लगे ना की आ गया a2 into a1 plus a इतने फिर मैं कम्यूटेटिव ला लगाता की आ गया a2 into a plus a1 जबकि एक नंबर दे विच a plus a1 किहदे बराबर आ 1 तो a2 into 1 हो गया a2 into 1 किहदे बराबर आ गया a2 तो देयरफॉर आपां कह सकते हैं कि a1 किहदे बराबर a2 हैंस आपां की कह सकते हैं a कंप्लीमेंट इज यूनिट ਤਾਂ ਸਟੂਡੈਂਟਸ ਫਿਲਹਾਲ ਅੱਜ ਆਪਾਂ ਇਸ ਲੈਕਚਰ ਦੇ ਵਿੱਚ 7 ਪਾਰਟਸ ਪ੍ਰੂਵ ਕਰ ਲਏ ਜੇ ਕੋਈ ਵੀ ਬੋਲਿੰਗ ਅਲਜਬਰਾ ਕਿਹੜੇ ਪਾਰਟ ਪ੍ਰੂਵ ਕੀਤੇ ਇੱਕ ਵਾਰੀ ਆਪਾਂ ਰਿਵਿਊ ਕਰੀਏ ਤੇ ਬਾਕੀ ਦੇ ਜਿਹੜੇ ਹੈਗੇ 7 ਪਾਰਟ ਜਿਹੜੇ ਹੈ ਉਹ ਅਗਲੇ ਲੈਕਚਰ ਦੇ ਵਿੱਚ ਕਰਾਂਗੇ ਤਾਂ ਇੱਕ ਵਾਰੀ ਆਪਾਂ ਰਿਵਿਊ ਕਰ ਲੈਣੇ 7 ਪਾਰਟਸ ਕਿਹੜੇ ਕੀਤੇ ਆ ਫਸਟ ਪਾਰਟ ਦੇ ਵਿੱਚ ਆਪਾਂ ਇਹ ਸ਼ੋ ਕੀਤਾ ਕਿ ਨਿੰਪੋਟੈਂਟ ਲਾ ਹੋਲਡ ਕਰਦੇ ਹੁੰਦੇ ਆ elements of Boolean algebra that is a plus a equal to a for all a belongs to b दूसरा a into a equal to a for all a belongs to b तीसरा पार्ट ਇਹ ਕੀਤਾ ਕਿ ਇਸ ਦੇ ਵਿੱਚ ਜਿਹੜੇ 0 ਤੇ 1 ਆ ਉਹ ਆਪਣੇ ਕੋਲੇ ਯੂਨੀਕ ਹੁੰਦੇ ਨੇ ਚੌਥੇ ਪਾਰਟ ਦੇ ਵਿੱਚ ਸਟੂਡੈਂਟਸ ਇਹ ਧਿਆਨ ਰੱਖਣਾ a plus 0 ਦਾ a ਹੁੰਦਾ ਪਰ a plus 1 equal to 1 ਹੁੰਦਾ ਇਹ ਯਾਦ ਰੱਖਣਾ for all a belongs to b ਔਰ ਪੰਜਵੇਂ ਪਾਰਟ 'ਚ ਕੀ ਯਾਦ ਰੱਖਣਾ ਤੁਹਾਨੂੰ ਇੰਨਾ ਪਤਾ कि a into 1 equal to a ਹੁੰਦਾ जबकि a into 0 किहदे बराबर ਹੁੰਦਾ 0 होना चाहिए for all a belongs to b ਤਾਂ a into 0 किहदे बराबर ਹੁੰਦਾ 0 for all a belongs to b और 6th पार्ट ਚ ਕੀ ਕੀਤਾ 0 ਦਾ ਕੰਪਲੀਮੈਂਟ 1 ਹੁੰਦਾ ਤੇ 1 ਦਾ ਕੰਪਲੀਮੈਂਟ ਕਿਹਦੇ ਬਰਾਬਰ ਹੁੰਦਾ 0 और 7th ਪਾਰਟ ਦੇ ਵਿੱਚ ਇਹ ਸ਼ੋ ਕੀਤਾ ਕਿ ਬੂਲੀਅਨ ਅਲਜਬਰੇ ਦਾ ਕੋਈ ਵੀ ਐਲੀਮੈਂਟ ਲਵਾਂਗੇ ਤਾਂ ਉਹਦਾ ਜਿਹੜਾ ਕੰਪਲੀਮੈਂਟ ਜਿਹੜਾ ਉਸੇ ਦੇ ਵਿੱਚ ਆਊਗਾ ਉਹ ਯੂਨੀਕ ਹੀ ਹੋਊਗਾ ਦੈਟ ਇਜ਼ ਬੂਲੀਅਨ ਅਲਜਬਰੇ ਦੇ ਹਰ ਐਲੀਮੈਂਟ ਦਾ ਕੰਪਲੀਮੈਂਟ ਜਿਹੜਾ ਹੁੰਦਾ ਉਹ ਆਪਣੇ ਕੋਲ ਕੀ ਹੁੰਦਾ ਯੂਨੀਕ ਤਾਂ ਸਟੂਡੈਂਟਸ ਫਿਲਹਾਲ ਆਪਾਂ ਇਸ ਲੈਕਚਰ ਦੇ ਵਿੱਚ 7 ਜਿਹੜੇ ਹੈ ਉਹ ਕਨਸੈਪਟ ਕਰ ਲਏ ਹੈਗੇ ਜੇ ਕੋਈ ਬੂਲੀਅਨ ਅਲਜਬਰਾ ਹੋਵੇ ਔਰ ਇਹ ਗੱਲ ਦਾ ਯਾਦ ਰੱਖਣਾ ਕਿ ਡੁਐਲਿਟੀ ਆਫ ਸਟੇਟਮੈਂਟ ਫਾਰ ਲੈਟਿਕ ਔਰ ਫਾਰ ਬੂਲੀਅਨ ਅਲਜਬਰੇ ਦੇ ਵਿੱਚ ਯਾਦ ਰੱਖਣਾ कि प्लस ਨੂੰ डॉट ਦੇ ਵਿੱਚ ਤੇ डॉट ਨੂੰ प्लस ਦੇ ਵਿੱਚ दैट इज प्लस डॉट इंटरचेंज कर दो ਤੇ ਆਪਣੇ ਕੋਲ 0 ਤੇ 1 ਵੀ ਇੰਟਰਚੇਂਜ ਕਰ ਦੋ ਤਾਂ ਜਿਹੜੀ ਉਹ ਸਟੇਟਮੈਂਟ ਆਪਣੇ ਕੋਲੇ ਬਣ ਜੂਗੀ ਇੱਕ ਸਟੇਟਮੈਂਟ ਹੋਲਡ ਕਰਨ ਤੋਂ ਬਾਅਦ ਦੂਸਰੀ ਸਟੇਟਮੈਂਟ ਇੰਟਰਚੇਂਜ ਕਰਨ ਤੋਂ ਬਾਅਦ ਬਣ ਜੂਗੀ ਤਾਂ ਇਹ ਦੋਨੇ ਸਟੇਟਮੈਂਟਸ ਨੂੰ ਆਪਾਂ ਕਹਾਂਗੇ ਡੂਅਲ ਆਫ ਈਚ ਅਦਰ ਤਾਂ ਸਟੂਡੈਂਟਸ ਨੈਕਸਟ ਲੈਕਚਰ ਦੇ ਵਿੱਚ ਜਿਹੜੇ ਬਾਕੀ ਦੇ 7 ਪਾਰਟ ਹੈ 7 ਪਾਰਟ ਆ ਉਹ ਆਪਾਂ ਸੋਲਵ ਕਰਾਂਗੇ ਥੈਂਕ ਯੂ ਸੋ ਮਚ